तेग बहादुर सिमरिए कर नाउ नित आवे ताए। तेग बहादुर सिमरिए कर नाउ नित आवे ताए। सतनाम श्री वाहे गुरु जी। बानी गुरु गुरु है बानी, विच बानी अमृत सारे। गुर बानी कहै सेवक जन माने, परतख गुरु निस्तारे। बेशुमार अथाह अगंत अतुलै, ज्यों बुलावो त्यों नानक दास बोलै। परम सन्मानयोग जुगो जुग अटल तख्त चौर छत्र ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਨੌਵੇਂ ਗੁਰਦੇਵ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਜੀਵਨ ਦੀ ਵਿਚਾਰ ਆਪ ਸੰਗਤ ਸਰਵਨ ਕਰ ਰਹੇ ਹੋ। ਆਓ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈਏ। ਜੋ ਗੁਰਮਤ ਗੁਰ ਇਤਿਹਾਸ ਦੀ ਲੜੀ ਹੈ, ਇਹਨੂੰ ਅੱਗੇ ਤੋਰਦਿਆਂ ਹੋਇਆਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਇਤਿਹਾਸ ਨੂੰ ਸਰਵਨ ਕਰੀਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਨ, ਆਪ ਵਿੱਚ ਵਰਤਨ, ਗੁਰਮਤ ਵਿਚਾਰਾਂ ਦੀ ਸਾਂਝ ਕਰੀਏ। ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਨ ਕੀਤਾ ਸੀ ਕਿ ਬਾਬਾ ਮੱਖਣ ਸ਼ਾਹ ਲੁਬਾਣਾ ਜਿਹੜੇ ਸਨ, ਉਹ ਸਤਿਗੁਰੂ ਮਹਾਰਾਜ ਜੀ 'ਤੇ ਅਥਾਹ ਭਰੋਸਾ ਉਹਨਾਂ ਦਾ ਹੈ। ਉਹਨਾਂ ਦੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਤੋਂ ਸਿੱਖੀ ਪ੍ਰਾਪਤ ਕੀਤੀ। ਬਾਬਾ ਮੱਖਣ ਸ਼ਾਹ ਲੁਬਾਣਾ ਨੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ, ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਦਰਸ਼ਨ ਕੀਤੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਤੋਂ ਆਗਿਆ ਲੈ ਕਰਕੇ ਇਹ ਵਪਾਰ ਕਰਨ ਵਾਸਤੇ ਦੱਖਣੀ ਅਫਰੀਕਾ ਦੇ ਇਲਾਕੇ 'ਚ ਜਾਂਦਾ ਹੈ। ਵਾਪਸੀ 'ਤੇ ਸੂਰਤ ਦੀ ਬੰਦਰਗਾਹ ਤੋਂ ਪਹਿਲਾਂ ਇਹਦਾ ਜਹਾਜ਼ ਜਿਹੜਾ ਸੀ ਉਹ ਬਰੇਤੇ ਦੇ ਵਿੱਚ ਫਸਿਆ। ਜਿਹੜੇ ਮਲਾਹ ਨਾਲ ਸਨ ਉਹਨਾਂ ਨੇ ਕਿਹਾ ਕਿ ਮੱਖਣ ਸ਼ਾਹ ਆ ਦੇਖ, ਅੱਜ ਜਹਾਜ਼ ਜਿਹੜਾ ਹੈ ਇਹ ਬੰਨੇ ਨਹੀਂ ਲੱਗਣਾ, ਇਹ ਭਵਰ ਦੇ ਵਿੱਚ ਫਸਿਆ ਅਤੇ ਐਸੇ ਭਵਰਾਂ ਦੇ ਵਿੱਚੋਂ ਜਹਾਜ਼ ਕਦੀ ਵਾਪਸ ਨਹੀਂ ਆਉਂਦੇ। ਬਾਬਾ ਮੱਖਣ ਸ਼ਾਹ ਜੀ ਨੇ ਇਤਿਹਾਸ ਦੇ ਵਚਨ ਨੇ ਕਿ ਕਰ ਚਿੱਤ ਇਕਾਗਰ ਜਪ ਕੋ ਪੜਾ। ਮਨ ਜਿਹੜਾ ਸੀ ਬਿਲਕੁਲ ਇਕਾਗਰ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੋੜ ਕਰਕੇ ਕਰ ਚਿੱਤ ਇਕਾਗਰ ਜਪ ਕੋ ਪੜਾ। ਪੁਨ ਸਤਿਗੁਰੂ ਜੀ ਕਾ ਕੀਆ ਧਿਆਨ, ਮਨ ਮਿਟੋ ਪਰਮ ਗੁਰ ਲੇਹ ਪਛਾਨ। ਬੇਨਤੀ ਕੀਤੀ ਕਿ ਹੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ, ਮੇਰੇ ਮਨ ਦਾ ਭਰਮ ਮਿਟ ਜਾਏ, ਆਪ ਕਿਰਪਾ ਕਰੋ, ਇਸ ਡੁੱਬਦੇ ਹੋਏ ਬੇੜੇ ਨੂੰ ਆਪ ਜੀ ਪਾਰ ਲਗਾਓ। ਸਾਧ ਸੰਗਤ ਜੀ, ਇਤਿਹਾਸ ਕਹਿ ਰਿਹਾ ਹੈ ਕਿ ਉਸ ਵੇਲੇ ਜਪਜੀ ਦਾ ਪਾਠ ਕਰਕੇ ਬਾਬਾ ਮੱਖਣ ਸ਼ਾਹ ਲੁਬਾਣੇ ਨੇ ਅਰਦਾਸ ਕੀਤੀ ਹੈ। ਇਤਿਹਾਸ ਨੂੰ ਪੜ੍ਹ ਕੇ ਦੇਖੋ। ਸ਼੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ, ਉਹਨਾਂ ਦਾ ਵਸਾਇਆ ਨਗਰ ਸ਼੍ਰੀ ਹਰਗੋਬਿੰਦਪੁਰ, ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਜੰਗ ਵੀ ਕੀਤੀ।
ਭਾਈ ਗੋਪਾਲੇ ਨੇ ਉੱਥੇ ਸਤਿਗੁਰੂ ਮਹਾਰਾਜ ਜੀ ਨੂੰ ਇਕਾਗਰ ਚਿੱਤ ਕਰਕੇ ਜਪਜੀ ਸਾਹਿਬ ਦਾ ਪਾਠ ਸੁਣਾਉਣਾ ਕੀਤਾ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਉਹਨੂੰ ਗੁਰਤਾ ਗੱਦੀ ਦੇਣ ਨੂੰ ਤਿਆਰ ਸੀ, ਪਰ ਉਹਦੇ ਮਨ ਦੇ ਵਿੱਚ ਫੁਰਨਾ ਆਇਆ ਕਿ ਮੈਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਜਿਹੜੇ 2 ਘੋੜੇ ਕੋਈ ਚੜਾ ਕੇ ਗਿਆ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਰਪਾ ਕਰਨ, ਜੇ ਖੁਸ਼ ਹੋਵਨ ਤਾਂ ਮੈਂ ਇੱਕ ਘੋੜਾ ਮੰਗ ਲਵਾਂਗਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਭਾਈ ਗੋਪਾਲੇ ਨੂੰ ਇੱਕ ਘੋੜਾ ਜਿਹੜਾ ਸੀ ਉਹ ਬਖਸ਼ਿਸ਼ ਕੀਤਾ ਸੀ। ਸਾਧ ਸੰਗਤ, ਅੱਜ ਵੀ ਜੇਕਰ ਮਨ ਇਕਾਗਰ ਕਰਕੇ ਜਪਜੀ ਸਾਹਿਬ ਦਾ ਪਾਠ ਕਰਾਂਗੇ, ਗੁਰੂ ਨਾਨਕ ਦੇਵ ਮਹਾਰਾਜ ਮਨ ਦੀ ਹਰ ਭਾਵਨਾ ਪੂਰੀ ਕਰ ਦਿੰਦਾ ਹੈ। ਇਹ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਰੂਪ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੇਕਰ ਸਰੂਪ ਦੇਖਣਾ ਹੈ ਤੇ ਉਹ ਜਪਜੀ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਦੇਖ ਸਕਦੇ ਹਾਂ। ਜੇਕਰ ਧਿਆਨ ਦੇ ਨਾਲ ਗੌਰ ਦੇ ਨਾਲ ਤੱਕੋ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਕੋਈ ਵੀ ਬਾਣੀ ਨੂੰ ਪੜ੍ਹੇ, ਭਾਵੇਂ ਜਪਜੀ ਸਾਹਿਬ ਪੜ੍ਹਦਾ ਹੈ, ਭਾਵੇਂ ਕੋਈ ਸੁਖਮਨੀ ਸਾਹਿਬ ਪੜ੍ਹਦਾ ਹੈ, ਕੋਈ ਆਸਾ ਕੀ ਵਾਰ ਗਾ ਰਿਹਾ ਹੈ, ਹੁਣ ਦੇਖੋ ਆਵਾਜ਼ ਬੰਦਾ ਕਹੇਗਾ ਕਿ ਮੇਰੀ ਆਪਣੀ ਹੈ। ਜਪਜੀ ਪੜ੍ਹਨ ਵਾਲਾ ਵੀ ਦਾਅਵਾ ਕਰ ਸਕਦਾ ਹੈ ਕਿ ਮੇਰੀ ਆਵਾਜ਼ ਹੈ, ਪਰ ਆਵਾਜ਼ ਦੇ ਵਿੱਚ ਬਚਨ ਜਿਹੜੇ ਬੋਲਦਾ ਪਿਆ ਹੈ ਉਹ ਉਹਦੇ ਆਪਣੇ ਨਹੀਂ, ਉਸ ਆਵਾਜ਼ ਦੇ ਵਿੱਚੋਂ ਗੁਰੂ ਨਾਨਕ ਦੇਵ ਮਹਾਰਾਜ ਬੋਲਦੇ ਪਏ ਨੇ। ਸੁਖਮਨੀ ਪੜ੍ਹਦੇ ਹੋਏ ਜਿਹੜਾ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਿਹਾ ਹੈ, ਆਵਾਜ਼ ਤਾਂ ਉਹਦੀ ਆਪਣੀ ਹੋ ਸਕਦੀ, ਉਸ ਆਵਾਜ਼ ਦੇ ਵਿੱਚੋਂ ਗੁਰੂ ਅਰਜਨ ਦੇਵ ਮਹਾਰਾਜ ਆਪ ਬੋਲਦੇ ਨੇ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀਤੀ, ਕਰ ਚਿੱਤ ਇਕਾਗਰ ਜਪ ਕੋ ਪੜਾ। ਇਕਾਗਰ ਚਿੱਤ ਕਰਕੇ ਜਿਹੜਾ ਅਸੀਂ ਜਪਜੀ ਸਾਹਿਬ ਦਾ ਪਾਠ ਕਰਨਾ ਕੀਤਾ, ਸਤਿਗੁਰੂ ਨੇ ਕਿਰਪਾ ਕੀਤੀ। ਬਾਬਾ ਮੱਖਣ ਸ਼ਾਹ ਲੁਬਾਣੇ ਦਾ ਬੇੜਾ ਜਿਹੜਾ ਸੀ ਉਹ ਭਵਜਲ ਤੋਂ ਪਾਰ ਹੋਇਆ ਤੇ ਕੰਢੇ ਤੇ ਲੱਗਿਆ। ਇਤਿਹਾਸ ਕਹਿੰਦਾ ਹੈ ਕਿ ਉਸ ਵੇਲੇ ਬਾਬਾ ਮੱਖਣ ਸ਼ਾਹ ਲੁਬਾਣੇ ਨੇ ਇਹ ਵੀ ਕਿਹਾ ਕਿ ਮਹਾਰਾਜ ਮੈਂ 500 ਮੋਹਰ ਜਿਹੜੀ ਹੈ ਭੇਟਾ ਕਰਾਂਗਾ, ਮੇਰਾ ਬੇੜਾ ਜਿਹੜਾ ਹੈ ਉਹ ਬੰਨੇ ਲੱਗ ਜਾਏ। ਬੇੜਾ ਬੰਨੇ ਲੱਗਣ ਤੋਂ ਬਾਅਦ ਵਿੱਚ ਸਭ ਤੋਂ ਪਹਿਲਾਂ ਬਾਬਾ ਮੱਖਣ ਸ਼ਾਹ ਲੁਬਾਣਾ ਦਿੱਲੀ ਪਹੁੰਚਦਾ, ਕਿਉਂਕਿ ਇਹਨੂੰ ਪਤਾ ਸੀ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਇੱਥੇ ਦਿੱਲੀ ਦੇ ਵਿੱਚ ਆਏ ਨੇ, ਪਰਿਵਾਰ ਇਹਦਾ ਨਾਲ ਹੈ, ਸੁਪਤਨੀ ਨਾਲ। ਜਿਸ ਵੇਲੇ ਦਿੱਲੀ ਪਹੁੰਚਿਆ ਤੇ ਇਹਨੂੰ ਪਤਾ ਲੱਗਿਆ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ 8ਵੀਂ ਜੋਤ ਜਿਹੜੀ ਹੈ ਉਹਨਾਂ ਨੇ ਸਰੀਰਕ ਰੂਪ ਦੇ ਵਿੱਚ ਤਿਆਗ ਕਰ ਦਿੱਤਾ ਹੈ। ਹੁਣ ਜੋਤ ਜਿਹੜੀ ਹੈ 9ਵੇਂ ਸਰੀਰ ਦੇ ਵਿੱਚ ਟਿਕੀਏ, ਪਰ ਬਚਨ ਕੇਵਲ ਇੰਨੇ ਕਹੇ ਸੀ ਕਿ ਬਾਬਾ ਬਸੇ ਗ੍ਰਾਮ ਬਕਾਲੇ। ਹੁਣ ਇਹ ਬਚਨ ਜਦੋਂ ਸੁਨੇ 30 ਮਾਰਚ 1664 ਨੂੰ ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਜੋਤੀ ਜੋਤ ਸਮਾਉਂਦੇ ਨੇ ਤੇ ਤਕਰੀਬਨ ਕਹਿੰਦੇ ਨੇ ਅਕਤੂਬਰ ਦਾ ਮਹੀਨਾ ਹੈ 1664, ਜਿਸ ਵੇਲੇ ਬਾਬਾ ਮੱਖਣ ਸ਼ਾਹ ਲੁਬਾਣਾ ਜਿਹੜਾ ਹੈ ਇਹ ਬਕਾਲੇ ਦੀ ਧਰਤੀ ਤੇ ਪਹੁੰਚਦਾ ਹੈ। ਸਾਧ ਸੰਗਤ ਜੀ, ਪਹਿਲੋਂ ਇਸ ਨਗਰ ਦਾ ਨਾਮ ਕੇਵਲ ਬਕਾਲਾ ਹੈ। ਜਿਸ ਦਿਨ ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਕਿਹਾ ਸੀ ਕਿ ਬਾਬਾ ਸਾਡਾ ਇੱਥੇ ਟਿਕਿਆ ਹੈ, ਉਸ ਦਿਨ ਤੋਂ ਬਾਅਦ ਵਿੱਚ ਨਾਮ ਬਾਬਾ ਬਕਾਲਾ ਜਿਹੜਾ ਸੀ ਇਸ ਅਸਥਾਨ ਦਾ ਸ਼ੁਰੂ ਹੋਇਆ। ਇਸ ਨਗਰ ਦਾ ਨਾਮ ਬਾਬਾ ਬਕਾਲਾ ਜਿਹੜਾ ਸੀ ਸੰਗਤ ਨੇ ਸੰਬੋਧਨ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਫਿਰ ਲੱਭਣ ਵਾਸਤੇ ਜਾਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਸਿੱਖ ਸੰਗਤ ਵੀ ਪਹੁੰਚੀ। ਬਾਬੇ ਸੂਰਜਮਲ ਦਾ ਪਰਿਵਾਰ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੰਤਾਨ ਦੇ ਵਿੱਚੋਂ ਬਾਬਾ ਸੂਰਜਮਲ ਸੀ, ਉਹਨਾਂ ਦਾ ਪਰਿਵਾਰ ਜਿਹੜਾ ਸੀ ਉਹ ਵੀ ਜਿਹੜਾ ਸੀ ਇੱਥੇ ਬਾਬੇ ਬਕਾਲੇ ਦੀ ਧਰਤੀ ਤੇ ਆਇਆ। ਦਵਾਰਕਾ ਦਾਸ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਰਿਵਾਰ ਦੇ ਵਿੱਚੋਂ ਵੀ ਇੱਥੇ ਪਹੁੰਚੇ। ਦੁਰਗਾ ਮੱਲ ਜਿਹੜਾ ਸੀ ਉਹ ਵੀ ਗੁਰਿਆਈ ਦਾ ਤਿਲਕ ਲੈ ਕਰਕੇ ਜਿਹੜਾ ਸੀ ਉਹ ਇੱਥੇ ਆਇਆ। ਪਰ ਹੁਣ ਕਹਿੰਦੇ ਨੇ 22 ਮੰਜੀਆਂ ਜਿਹੜੀਆਂ ਸਨ ਦਾਅਵੇਦਾਰ 22 ਬਣ ਕੇ ਬੈਠੇ ਸੀ। ਇਹਨਾਂ ਸਾਰਿਆਂ ਨੇ ਸਿੱਖਾਂ ਨੇ ਬਾਬੇ ਬਕਾਲੇ ਤੋਂ ਬਾਹਰ ਇੱਕ ਸਥਾਨ ਤੇ ਡੇਰਾ ਕੀਤਾ ਕਿ ਜਿੰਨੀ ਦੇਰ ਤੱਕ ਗੁਰੂ ਪ੍ਰਗਟ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਅਸੀਂ ਇਹ ਗੁਰਿਆਈ ਦੀ ਰਸਮ ਨਹੀਂ ਕਰ ਸਕਦੇ। ਬਾਬਾ ਮੱਖਣ ਸ਼ਾਹ ਲੁਬਾਣਾ ਵੀ ਆਪਣੇ ਪਰਿਵਾਰ ਸਹਿਤ ਕਹਿੰਦੇ ਨੇ 500 ਹਥਿਆਰਬੰਦ ਸਿਪਾਹੀ ਇਹਦੇ ਨਾਲ ਰਹਿੰਦਾ ਸੀ, ਪਰਿਵਾਰ ਸੀ। ਇਹਨੇ ਉੱਥੇ ਬਕਾਲੇ ਦੀ ਜਦੋਂ ਧਰਤੀ ਤੇ ਜਾਓ ਤੇ ਬਾਬਾ ਬਕਾਲਾ ਸਾਹਿਬ ਵਿਖੇ ਜਿੱਥੇ ਗੁਰਦੁਆਰਾ ਸ਼ੌਨੀ ਸਾਹਿਬ ਹੈ, ਉਸ ਅਸਥਾਨ ਤੇ ਜਾ ਕੇ ਬਾਬਾ ਮੱਖਣ ਸ਼ਾਹ ਨੇ ਟਿਕਾਣਾ ਕੀਤਾ। ਪਤਾ ਲੱਗਿਆ ਕਿ ਗੁਰੂ ਇੱਥੇ 22 ਬਣ ਕੇ ਬੈਠੇ ਹੋਏ ਨੇ, ਹੁਣ ਕਿਹਨੂੰ ਜਿਹੜੀ 500 ਮੋਹਰ ਭੇਟਾ ਕੀਤੀ ਜਾਏ। ਬਾਬਾ ਮੱਖਣ ਸ਼ਾਹ ਜੀ ਨੇ ਵਿਉਂਤ ਦੇ ਨਾਲ ਮਨ ਦੇ ਨਾਲ ਵਿਚਾਰ ਕੀਤੀ, ਹਰ ਇੱਕ ਦੇ ਅੱਗੇ 2-2 ਮੋਹਰਾਂ ਰੱਖੀਆਂ। ਜਦੋਂ 2-2 ਮੋਹਰਾਂ ਰੱਖਦਾ ਹੈ ਤੇ ਹਰ ਕੋਈ ਅਸੀਸਾਂ ਦਿੰਦਾ ਹੈ ਕਿ ਤੂੰ ਬਹੁਤ ਵੱਡਾ ਦਾਨੀ, ਤੂੰ ਬਹੁਤ ਵੱਡਾ ਵਪਾਰੀ। ਇਹਨੇ 5 ਮੋਹਰਾਂ ਜਿਹੜੀਆਂ ਸੀ ਉਹ ਧੀਰ ਮੱਲ ਦੇ ਅੱਗੇ ਰੱਖੀਆਂ।
ਉਹ 5 ਇਸ ਕਰਕੇ ਰੱਖੀਆਂ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੰਪਾਦਨ ਕੀਤੀ ਹੋਈ ਬੀੜ ਜਿਹੜੀ ਸੀ ਉਹ ਧੀਰਮਲ ਦੇ ਕੋਲ ਹੈ, ਔਰ ਗੁਰੂ ਘਰ ਦੀ ਸੰਤਾਨ ਹੋਣ ਕਰਕੇ ਇਹਨੇ ਸਤਿਕਾਰ ਵੀ ਕੀਤਾ। ਪਰ ਧੀਰਮਲ ਜਿਹੜਾ ਸੀ ਉਹ ਵੀ ਨਾ ਜਾਣ ਸਕਿਆ ਕਿ ਬਾਬਾ ਮੱਖਣ ਸ਼ਾਹ ਪਰਖ ਕਿਸ ਗੱਲ ਦੀ ਕਰਦਾ ਪਿਆ ਹੈ। ਉਹਨੇ ਵੀ ਬੜਾ ਕੀਮਤੀ ਸਰੋਪਾ ਜਿਹੜਾ ਸੀ ਮੱਖਣ ਸ਼ਾਹ ਦੇ ਗਲੇ ਦੇ ਵਿੱਚ ਪਾ ਦਿੱਤਾ, ਅਸੀਸਾਂ ਦੇ ਦਿੱਤੀਆਂ। ਹੁਣ ਬਾਬਾ ਮੱਖਣ ਸ਼ਾਹ ਲੁਬਾਣਾ ਮਨ ਦੇ ਵਿੱਚ ਸੋਚਦਾ ਹੈ ਕਿ ਜਿਹੜਾ ਮੈਨੂੰ ਅਸੀਸਾਂ ਦੇ ਰਿਹਾ, ਜਿਹਨੇ ਆਪਣੀ ਭੇਟਾ ਮੰਗ ਕਰਕੇ ਨਹੀਂ ਲਈ, ਹੋ ਸਕਦਾ ਹੈ ਕਿ ਇਹ ਵੀ ਮੰਗਤਾ ਹੀ ਹੈ। 22 ਜਿਹੜੇ ਬੈਠੇ ਨੇ ਇਹ ਵੀ ਉਹਨਾਂ ਦੇ ਵਿੱਚੋਂ ਹੀ ਹੈ, ਇਹ ਕੋਈ ਵੱਖਰਾ ਨਹੀਂ ਜਿੰਦੇ ਵਿੱਚ ਗੁਰੂ ਦੀ ਜੋਤ ਟਿੱਕੀ ਹੋਵੇ। ਬਾਬਾ ਮੱਖਣ ਸ਼ਾਹ ਜੀ ਇੱਕ ਵਾਰੀ ਇਤਿਹਾਸ ਕਹਿੰਦਾ ਹੈ ਕਿ ਉਦਾਸ ਵੀ ਹੋਏ, ਮਨ ਉਦਾਸ ਵੀ ਹੋ ਗਿਆ ਕਿ ਗੁਰੂ ਨਾਨਕ ਦੀ ਜੋਤ ਕਿਸ ਦੇ ਵਿੱਚ ਟਿੱਕੀ, ਉਹ ਸਾਹਮਣੇ ਪ੍ਰਗਟ ਕਿਉਂ ਨਹੀਂ ਹੋਇਆ। ਪਰ ਮਨ ਦੇ ਵਿੱਚ ਭਰੋਸਾ ਜਾਗਿਆ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਜਿਹੜੇ ਬਚਨ ਕਹਿ ਕੇ ਗਏ ਨੇ ਉਹ ਬਚਨ ਅਸਤ ਨਹੀਂ ਹੋ ਸਕਦੇ, ਉਹ ਬਚਨ ਝੂਠ ਨਹੀਂ ਹੋ ਸਕਦੇ, ਉਹ ਬਚਨ ਮਿਥਿਆ ਨਹੀਂ ਹੋ ਸਕਦੇ। ਮਨ ਇਹ ਯਕੀਨ ਕਰਕੇ ਬੈਠਾ ਸੀ, ਦ੍ਰਿੜ ਨਿਸ਼ਚਾ ਬਣ ਗਿਆ ਮਨ ਦਾ ਕਿ ਸੂਰਜ ਤਾਂ ਠੰਡਾ ਹੋ ਸਕਦਾ ਹੈ, ਇਹ ਧਰਤੀ ਦੇ ਉੱਤੋਂ ਜਲ ਸੁੱਕ ਸਕਦਾ ਹੈ, ਇਹ ਪਹਾੜ ਖਤਮ ਹੋ ਸਕਦੇ ਨੇ, ਪਰ ਗੁਰੂ ਦੇ ਕਹੇ ਹੋਏ ਬਚਨ ਜਿਹੜੇ ਨੇ ਉਹ ਕਦੀ ਝੂਠੇ ਨਹੀਂ ਹੋ ਸਕਦੇ। ਉਹਨੂੰ ਯਕੀਨ ਤੇ ਭਰੋਸਾ, ਪਰ ਕਰਾਂ ਕੀ ਕਿ ਜਿੰਦੇ ਕਰਕੇ ਗੁਰੂ ਦਾ ਪਤਾ ਚੱਲ ਸਕੇ। ਹੁਣ ਫਿਰ ਇਹਨੇ ਮਨ ਦੇ ਵਿੱਚ ਅਰਦਾਸ ਕੀਤੀ, ਹੇ ਵਾਹਿਗੁਰੂ, ਹੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 9ਵੀਂ ਸਰੀਰ ਦੇ ਜਿੱਥੇ ਜੋਤ ਆ ਕੇ ਟਿੱਕੀ ਹੈ, ਆਪ ਕਿਰਪਾ ਕਰੋ। ਮਨ ਦਾ ਬੇੜਾ ਵੀ ਹੁਣ ਡੋਲਦਾ ਪਿਆ ਹੈ, ਮੇਰੇ ਬੇੜੇ ਨੂੰ ਮੋਢਾ ਲਾ ਕੇ ਤਾਰਨ ਵਾਲਿਆ, ਕਿਰਪਾ ਕਰ ਮੇਰੇ ਮਨ ਦਾ ਬੇੜਾ ਜਿਹੜਾ ਹੈ ਉਹ ਵੀ ਇਸ ਭਵਰ ਦੇ ਵਿੱਚੋਂ ਨਿਕਲ ਸਕੇ, ਉਹ ਵੀ ਡੋਲਦਾ ਪਿਆ ਹੈ। ਮੈਨੂੰ ਸਤਿਗੁਰੂ ਮਹਾਰਾਜ ਰਾਹ ਕਿਉਂ ਨਹੀਂ ਕੋਈ ਦਿਸਦਾ। ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ ਵਿੱਚ ਇਹਨੇ ਪੁੱਛਿਆ ਕਿਸੇ ਨੂੰ ਕਿ ਇੱਥੇ ਕੋਈ ਹੋਰ ਵੀ ਹੈ, ਕੋਈ ਹੋਰ ਵੀ ਕੋਈ ਰੱਬੀ ਆਤਮਾ ਜਿਹਨੂੰ ਫਕੀਰ ਰੂਪ ਹੋਵੇ, ਕੋਈ ਵੀ ਹੋਵੇ, ਮੈਂ ਉਹਨੂੰ ਵੀ ਦਾਨ ਕਰਨਾ ਚਾਹੁੰਦਾ। ਕਿਸੇ ਨੇ ਇਹਨੂੰ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸੰਤਾਨ ਜਿਹੜੀ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਰਿਆਂ ਤੋਂ ਛੋਟੇ ਪੁੱਤਰ ਤੇਗ ਬਹਾਦਰ, ਕਈਆਂ ਨੇ ਕਿਹਾ ਤੇਗਾ ਕਮਲਾ ਸ਼ਬਦ ਵੀ ਵਰਤਿਆ, ਪਰ ਨਹੀਂ, ਸਾਧ ਸੰਗਤ ਜੀ ਗੁਰੂ ਕੀ ਸੰਤਾਨ ਸੀ ਤੇ ਗੁਰੂ ਕੀ ਸੰਤਾਨ ਦਾ ਲੋਕ ਅਦਬ ਕਰਦੇ ਸੀ, ਭਾਵੇਂ ਉਹਨਾਂ ਨੂੰ ਗੁਰਤਾ ਮਿਲੀ ਜਾਂ ਨਹੀਂ, ਪਰ ਜਿਹੜਾ ਵੀ ਗੁਰੂ ਘਰ ਦੀ ਸੰਤਾਨ ਸੀ ਸਿੱਖਾਂ ਨੇ ਉਹਨਾਂ ਦਾ ਅਦਬ ਕੀਤਾ ਤੇ ਬੜੇ ਅਦਬ ਦੇ ਨਾਲ ਉਹਨਾਂ ਦਾ ਨਾਮ ਲੈਣਾ। ਭਾਈ ਮੇਰੂ ਦੇ ਘਰ ਦੇ ਵਿੱਚ ਟਿਕੇ ਹੋਏ ਸੀ ਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਭਾਈ ਮੇਰੂ ਨੇ ਬੇਨਤੀ ਕੀਤੀ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੇ ਘਰ ਚਰਨ ਪਾਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਸੀ, ਬਹੁਤ ਲੰਮਾ ਸਮਾਂ ਤੇਰੇ ਘਰ ਦੇ ਵਿੱਚ ਅਸੀਂ ਰਹਿ ਕੇ ਜਾਣਾ, ਪਰ ਉਹ ਸਮਾਂ ਆਵੇਗਾ, ਤੂੰ ਦੇਖੇਂਗਾ ਜ਼ਰੂਰ, ਹੋ ਸਕਦਾ ਹੈ ਅਸੀਂ ਇਸ ਸਰੀਰ ਦੇ ਨਾਲ ਨਾ ਟਿਕੀਏ, ਕਿਸੇ ਹੋਰ ਰੂਪ ਦੇ ਵਿੱਚ ਟਿਕੀਏ। ਬੇਬੇ ਨਾਨਕੀ ਜੀ ਦਾ ਇਹ ਪੇਕਾ ਪਿੰਡ ਵੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਬਾਰੇ ਜਦੋਂ ਇਹਨੇ ਪੁੱਛਿਆ ਕੋਈ ਹੋਰ, ਕਹਿਣ ਲੱਗੇ ਤੇਗ ਬਹਾਦਰ ਸਤਿਗੁਰੂ ਮਹਾਰਾਜ ਜੀ ਦੇ ਪੁੱਤਰ ਨੇ, ਉਹ ਵੀ ਇੱਥੇ ਹੀ ਟਿਕੇ ਨੇ, ਪਰ ਬਹੁਤਾ ਮਿਲਦੇ ਕਿਸੇ ਨੂੰ ਨਹੀਂ। ਉਹ ਜ਼ਿਆਦਾਤਰ ਬੰਦਗੀ ਦੇ ਵਿੱਚ ਰਹਿੰਦੇ ਨੇ, ਭੋਰਾ ਬਣਾਇਆ ਉਹਦੇ ਵਿੱਚ ਉਹ ਬੰਦਗੀ ਕਰਦੇ ਨੇ, ਕਦੀ ਕਦਾਈ ਬਾਹਰ ਆਉਂਦੇ ਨੇ, ਪਰ ਬਹੁਤੀ ਗੱਲਬਾਤ ਕਿਸੇ ਨਾਲ ਨਹੀਂ ਕਰਦੇ। ਸਾਧ ਸੰਗਤ ਜੀ, ਹੁਣ ਦੇਖੋ ਮਨ ਦੇ ਵਿੱਚ ਸ਼ਰਧਾ ਜੀ ਜਾਗੀ। ਹੁਣ ਇਹ ਜਦੋਂ ਉਸ ਪਾਸੇ ਨੂੰ ਗਿਆ ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਟਿਕੇ ਹੋਏ ਹਨ, ਇਹ ਜਦੋਂ ਗਿਆ ਤੇ ਬਹੁਤ ਨਾਲ ਲੋਕ ਇਹਦੇ ਇਕੱਠੇ ਹੋ ਕੇ ਮਗਰ ਤੁਰੇ, 500 ਸਿਪਾਹੀ ਨਾਲ। ਦੂਸਰੇ ਪਾਸੇ ਇਹਦੇ ਆਉਣ ਦਾ ਰੌਲਾ, ਸ਼ੋਰ ਸ਼ਰਾਬਾ, ਜਿਹੜੀ ਆਵਾਜ਼ਾਂ ਸੀ ਲੋਕਾਂ ਦੀਆਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਰਵਣਾ ਤੱਕਰ, ਕੰਨਾਂ ਤੱਕਰ ਆਵਾਜ਼ ਪਈ। ਸਤਿਗੁਰੂ ਮਹਾਰਾਜ ਨੇ ਸੇਵਾਦਾਰ ਨੂੰ ਆਵਾਜ਼ ਦੇ ਕੇ ਪੁੱਛਿਆ, ਗੜੀਆ ਉੱਥੇ ਮਸਾਂਦੇ? ਤੇ ਮਹਾਰਾਜ ਕਹਿੰਦੇ, ਗੜੀਆ ਇਹ ਆਵਾਜ਼ ਕਿਸ ਗੱਲ ਦੀ? ਤੇ ਕਹਿੰਦਾ, ਮਹਾਰਾਜ ਮੱਖਣ ਸ਼ਾਹ ਆਉਂਦਾ ਪਿਆ ਹੈ ਤੇ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ। ਸਤਿਗੁਰੂ ਮਹਾਰਾਜ ਨੇ ਭਾਈ ਗੜੀਏ ਨੂੰ ਕਿਹਾ, ਗੜੀਆ ਉਹਨੂੰ ਜਾ ਕੇ ਆਖ, ਤੈਨੂੰ ਪਤਾ ਨਹੀਂ ਕਿ ਗੁਰੂ ਘਰ ਕਿਵੇਂ ਆਈਦਾ ਹੈ? ਸ਼ੋਰ ਸ਼ਰਾਬੇ ਤੇ ਲੋਕਾਂ ਨੂੰ ਨਾਲ ਲੈ ਕੇ ਰੌਲਾ ਪਾਉਂਦੇ ਹੋਏ ਗੁਰੂ ਘਰੇ ਕੌਣ ਆਉਂਦਾ ਹੈ? ਜਦੋਂ ਇਹ ਆਵਾਜ਼, ਇਹ ਸੁਨੇਹਾ ਜਾ ਕੇ ਭਾਈ ਗੜੀਏ ਨੇ ਬਾਬਾ ਮੱਖਣ ਸ਼ਾਹ ਨੂੰ ਦਿੱਤਾ ਕਿ ਤੈਨੂੰ ਪਤਾ ਨਹੀਂ ਕਿ ਗੁਰੂ ਘਰ ਕਿਵੇਂ ਝੁੱਕ ਕੇ ਆਉਣਾ, ਨਿਮਰਤਾ ਨਾਲ ਆਉਣਾ, ਰੌਲੇ ਦੇ ਨਾਲ ਨਹੀਂ ਆਈਦਾ।
ਇਹਦੇ ਮਨ ਦੇ ਵਿੱਚ ਭਰੋਸਾ ਬਣ ਗਿਆ ਕਿ ਗੁਰੂ ਉਹੀ ਹੋ ਸਕਦਾ ਜਿਹੜਾ ਸੱਚ ਨੂੰ ਆਖ ਸਕੇ। ਔਰ ਇਹ ਸੱਚ ਦਾ ਸੁਨੇਹਾ ਮੇਰੇ ਤੱਕ ਪਹੁੰਚਿਆ। ਬਿਲਕੁਲ ਗੁਰੂ ਦੀ ਜੋਤ ਇਸੇ ਘਰ ਦੇ ਵਿੱਚ ਹੈ, ਪਰ ਦਾਵਾ ਅਜੇ ਕੋਈ ਨਹੀਂ ਕਰਦਾ। ਅਜੇ ਕਹਿੰਦਾ ਨਹੀਂ ਮੈਂ ਪਰਖਾਂਗਾ ਜ਼ਰੂਰ। ਕੋਲ ਗਿਆ, ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ। 5 ਮੋਹਰਾਂ ਜਿਹੜੀਆਂ ਸਨ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਰੱਖ ਕੇ ਤੇ ਨਮਸਕਾਰ ਕਰ ਦਿੱਤੇ। ਸਤਿਗੁਰੂ ਮਹਾਰਾਜ ਜੀ ਮੁਸਕਰਾ ਕੇ ਆਖਦੇ ਨੇ, ਮੱਖਣ ਸ਼ਾਹ ਸੁਣ ਸੁਣ ਸਿੱਖ ਡੁੱਬਦੀ ਨਾਓ ਤੁਮ ਹਮ ਕੰਡੇ ਦੀਨ ਲਗਾਏ। ਮਹਾਰਾਜ ਕਹਿੰਦੇ ਨੇ ਗੱਲ 500 ਮੋਹਰਾਂ ਦੀ ਨਹੀਂ ਮੱਖਣ ਸ਼ਾਹ, ਗੱਲ ਤੇ ਵਾਅਦੇ ਦੀ ਹੈ। ਕੰਦੇ ਮੋਹੇ ਕਾਸੀ ਲੱਗੀ ਕਿਉਂ ਪੂਜਾ ਰੱਖੋ ਦੁਰਾਏ। ਮਹਾਰਾਜ ਜੀ ਨੇ ਕਹਿੰਦੇ ਉਸ ਵੇਲੇ ਆਪਣੇ ਮੋਢੇ ਤੋਂ ਸੱਜੇ ਮੋਢੇ ਤੋਂ ਚਾਦਰ ਪਿੱਛੇ ਕੀਤੀ ਤੇ ਚਾਦਰ ਪਿੱਛੇ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਮੱਖਣ ਸ਼ਾਹ ਆ ਦੇਖ ਸਾਡੇ ਮੋਢੇ ਤੇ ਅਜੇ ਵੀ ਕਾਸੀ ਲੱਗੀ ਹੈ। ਤੂੰ 500 ਮੋਹਰਾਂ ਕਹਿ ਕਰਕੇ ਤੇ 5 ਰੱਖਦਾ ਪਿਆ ਹੈ। ਚਰਨਾਂ ਦੇ ਵਿੱਚ ਢਹਿ ਪਿਆ ਸਤਿਗੁਰ ਮਹਾਰਾਜ, ਤੁਸੀਂ ਸੱਚੀ ਮੇਰਾ ਬੇੜਾ ਵੀ ਪਾਰ ਕੀਤਾ ਤੇ ਮੇਰੇ ਮਨ ਦੇ ਬੇੜੇ ਨੂੰ ਵੀ ਪਾਰ ਕਰ ਦਿੱਤਾ। ਚਰਨ ਸਤਿਗੁਰ ਮਹਾਰਾਜ ਜੀ ਦੇ ਘੁੱਟ ਕੇ ਫੜ ਕੇ ਆਖਦਾ, ਮਹਾਰਾਜ ਸੰਗਤ ਬੇਬਲ ਹੋ ਚੁੱਕੀ ਹੈ, ਕਿਉਂਕਿ ਮਾਰਚ ਦੇ ਮਹੀਨੇ ਵਿੱਚ ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ ਜੋਤੀ ਜੋਤ ਸਮਾ ਕੇ ਗੁਰਤਾ ਗੁਰੂ ਤੇਗ ਬਹਾਦਰ ਜੀ ਨੂੰ ਦਿੰਦੇ ਨੇ ਤੇ ਅਕਤੂਬਰ ਦੇ ਮਹੀਨੇ ਵਿੱਚ ਜਾ ਕੇ ਤਕਰੀਬਨ 4.5 ਮਹੀਨੇ ਦਾ ਸਮਾਂ ਸੀ ਜਦੋਂ ਸਤਿਗੁਰੂ ਮਹਾਰਾਜ ਜੀ ਪ੍ਰਗਟ ਹੁੰਦੇ ਨੇ। 4.5 ਮਹੀਨੇ ਬਾਅਦ ਪ੍ਰਗਟ ਹੋਏ। ਸਤਿਗੁਰੂ ਮਹਾਰਾਜ ਜੀ ਦੇ ਚਰਨ ਫੜ ਕੇ ਆਖਿਆ, ਮੱਖਣ ਸ਼ਾਹ ਲੁਬਾਣੇ ਨੇ, ਮਹਾਰਾਜ ਆਪ ਪ੍ਰਗਟ ਹੋਵੋ, ਸੰਗਤ ਬੇਬਲ ਹੋ ਚੁੱਕੀ ਹੈ। ਸੰਗਤ ਦੇ ਅੰਦਰ ਤਾਂ ਬਿਲਕੁਲ ਉਪਪੀਹੇ ਦੇ ਵਾਲੀ ਹਾਲਤ ਹੈ ਕਿ ਜਿਹੜਾ ਇੱਕ ਇੱਕ ਪਾਣੀ ਦੀ ਬੂੰਦ ਤੋਂ ਬਗੈਰ ਤਰਸਦਾ ਹੈ। ਮਹਾਰਾਜ ਸੰਗਤ ਗੁਰੂ ਦੇ ਦਰਸ਼ਨਾਂ ਤੋਂ ਬਗੈਰ ਤਰਸਦੀ ਪਈ ਹੈ। ਸਤਿਗੁਰੂ ਮਹਾਰਾਜ ਨੇ ਕਿਹਾ, ਨਹੀਂ ਸਾਡਾ ਮਨ ਨਹੀਂ ਕਰਦਾ ਕਿ ਅਸੀਂ ਸੰਸਾਰ ਦੇ ਝਮੇਲੇ ਵਿੱਚ ਜਾਈਏ। ਮਹਾਰਾਜ ਇਕਾਂਤ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ। ਸਤਿਗੁਰੂ ਮਹਾਰਾਜ ਨੇ ਕਿਹਾ, ਮੱਖਣ ਸ਼ਾਹ ਸ਼ੋਰ ਨਹੀਂ ਕਰਨਾ, ਰੌਲਾ ਨਹੀਂ ਪਾਉਣਾ, ਚੁੱਪ ਕਰ ਜਾ। ਮਹਾਰਾਜ ਨਹੀਂ, ਹੁਣ ਚੁੱਪ ਨਹੀਂ ਹੋ ਸਕਦਾ, ਸੰਗਤ ਸਤਿਗੁਰੂ ਮਹਾਰਾਜ ਤੁਹਾਡੇ ਦਰਸ਼ਨ ਕਰਨਾ ਚਾਹੁੰਦੀ ਆ। ਮਹਾਰਾਜ ਨੇ ਉੱਥੇ ਇਹ ਵੀ ਬਚਨ ਕਹੇ, ਜੇ ਰੌਲਾ ਪਾਏਗਾ ਤੇ ਮੂੰਹ ਕਾਲਾ ਕੀਤਾ ਜਾਏਗਾ। ਬਾਬਾ ਮੱਖਣ ਸ਼ਾਹ ਕਹਿੰਦੇ ਸਤਿਗੁਰੂ ਇਹ ਵੀ ਪ੍ਰਵਾਨ ਬਾਹਰ ਆਏ। ਮਾਤਾ ਨਾਨਕੀ ਜੀ ਜਿੱਥੇ ਪ੍ਰਸ਼ਾਦਾ ਪਕਾਉਂਦੇ ਸਨ ਉੱਥੇ ਤਵਾ ਪਿਆ ਤੇ ਤਵੇ ਦੀ ਕਾਲਖ ਮਲ ਕੇ ਆਪਣੇ ਮੂੰਹ ਦੇ ਉੱਪਰ ਕੋਠੇ ਦੇ ਉੱਤੇ ਚੜ੍ਹ ਕੇ ਕਿਹਾ ਕਿ ਭੁੱਲੀਏ ਸੰਗਤੇ ਆਵੋ ਗੁਰ ਸਿੱਖ ਮੈਂ ਸਤਿਗੁਰ ਲਾਦਾ, ਜਾਂ ਕੀ ਮਹਿਮਾ ਅਗਮ ਅਗਾਧਾ। ਭੁੱਲੀਏ ਸੰਗਤੇ ਗੁਰੂ ਲਾਦੋ ਰੇ, ਸਾਚਾ ਗੁਰੂ ਲਾਦੋ ਰੇ, ਸਾਚਾ ਗੁਰੂ ਲਾਦੋ ਰੇ। ਜਦੋਂ ਕੋਠੇ ਤੇ ਚੱਲ ਕੇ ਚੜ੍ਹ ਕੇ ਕੋਠੇ ਦੇ ਉੱਪਰ ਪੱਲਾ ਫੇਰਿਆ ਤੇ ਕਿਹੜੀ ਸੰਗਤ ਸੀ ਸੁਣਨ ਵਾਲੀ, ਉਹ ਦੌੜ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਈ। ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ, ਭੇਟਾ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖੀਆਂ। ਧੀਰ ਮੱਲ ਨੂੰ ਵੀ ਪਤਾ ਲੱਗਿਆ ਤੇ ਉਹ ਵੀ ਅੱਗ ਬਬੂਲਾ ਹੋ ਗਿਆ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬਾਬਾ ਮੱਖਣ ਸ਼ਾਹ ਲੁਬਾਣੇ ਨੇ 500 ਜਿਹੜੀ ਮੋਹਰ ਉਹਨੇ ਕਿਹਾ ਸੀ ਕਿ ਮਹਾਰਾਜ ਦਸਵੰਧ ਰੂਪ ਦੇ ਵਿੱਚ ਹੋਰ ਭੇਟਾਂ ਰੱਖੀਆਂ। ਹੋਰ ਸੰਗਤ ਵੀ ਉੱਥੇ ਭੇਟਾ ਰੱਖਦੀ ਹੈ ਤੇ ਸ਼ੀਹਾਂ ਮਸੰਦ ਜਿਹੜਾ ਹੈ ਉਹ ਧੀਰ ਮੱਲ ਨੂੰ ਆਖਦਾ ਹੈ, ਕਹਿੰਦੇ ਬਸ ਤੇਰੇ ਹੱਥੋਂ ਇਹ ਸਾਰਾ ਕੁਝ ਚਲੇ ਜਾਣਾ ਹੈ, ਹੁਣ ਵੀ ਮੌਕਾ ਹੈ ਜੇ ਤੂੰ ਸਾਂਭ ਲਵੇਂ। ਜੇ ਤਾਂ ਤੇਗ ਬਹਾਦਰ ਨੂੰ ਖਤਮ ਕਰ ਦੇਂ ਤੇ ਹੋ ਸਕਦਾ ਹੈ ਕਿ ਸਾਰਾ ਕੁਝ ਤੈਨੂੰ ਪ੍ਰਾਪਤ ਹੋ ਜਾਏ। ਮੱਖਣ ਸ਼ਾਹ ਲੁਬਾਣਾ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਇਹ ਗੁਰਤਾ ਦੀ ਰਸਮ ਜਿਹੜੀ ਸੀ ਉਹ ਨਿਭਾਉਣ ਵਾਸਤੇ ਇਹਨੇ ਚੋਲਾ ਤਿਆਰ ਕਰਵਾਉਣਾ ਸੀ, ਜੋੜਾ ਇਤਿਆਦਿਕ। ਇਹ ਉੱਥੋਂ ਵਾਪਸ ਆਪਣੇ ਛਾਉਣੀ ਜਿੱਥੇ ਇਹਨੇ ਨਿਵਾਸ ਕੀਤਾ ਸੀ ਉਸ ਅਸਥਾਨ ਦੇ ਉੱਪਰ ਆਇਆ। ਧੀਰ ਮੱਲ ਜਿਹੜਾ ਸੀ ਉਹਨੇ ਕੋਠੇ ਤੇ ਚੜ੍ਹ ਕੇ 25 ਬੰਦੂਕ ਸਵਾਰ ਨਾਲ ਲੈ ਕੇ ਆਂਦੇ। ਕੋਠੇ ਤੇ ਚੜ੍ਹ ਕੇ ਸਤਿਗੁਰੂ ਮਹਾਰਾਜ ਜੀ ਦੇ ਸਿਰ ਦਾ ਨਿਸ਼ਾਨਾ ਲਾ ਕੇ ਇਹਨੇ ਗੋਲੀ ਚਲਾਈ। ਮਹਾਰਾਜ ਜੀ ਦਾ ਸਿਰ ਤੋਂ ਨਿਸ਼ਾਨਾ ਚੁੱਕਿਆ, ਪਰ ਗੋਲੀ ਜਿਹੜੀ ਸੀ ਉਹ ਮੱਥੇ ਨੂੰ ਛੂਹ ਕਰਕੇ ਲੰਘ ਗਈ। ਸਤਿਗੁਰੂ ਮਹਾਰਾਜ ਜੀ ਦੇ ਮੱਥੇ ਤੋਂ ਖੂਨ ਵਗਣਾ ਸ਼ੁਰੂ ਹੋਇਆ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਬੜੇ ਇਹਨੇ ਉਹਨਾਂ ਨੂੰ ਕਬੂਲ ਬੋਲੇ ਧੀਰ ਮੱਲ ਨੇ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਫਿਰ ਵੀ ਕਹਿੰਦੇ ਨੇ, ਭਲੇ ਧੀਰ ਮੱਲ ਭਲੇ ਜੀ, ਭਲੇ ਧੀਰ ਮੱਲ ਧੀਰ। ਮਹਾਰਾਜ ਕਹਿੰਦੇ ਨੇ ਧੀਰ ਮੱਲ ਤੇਰਾ ਭਲਾ ਹੋਵੇ। ਮਾਤਾ ਨਾਨਕੀ ਜੀ ਵਿੱਚ ਹੋਏ, ਉਹਨਾਂ ਨੇ ਆ ਕਰਕੇ ਕਿਹਾ ਕਿ ਈਰਖਾ ਦੇ ਵਿੱਚ ਸੜੇ ਇਨਸਾਨ, ਤੂੰ ਸੋਚਦਾ ਹੈ ਕਿ ਸ਼ਾਇਦ ਈਰਖਾ ਦੇ ਨਾਲ ਤ੍ਰਿਸ਼ਨਾ ਦੇ ਨਾਲ ਤੇਰਾ ਘਰ ਭਰ ਜਾਏਗਾ। ਇਹ ਘਰ ਜਿਹੜਾ ਹੈ ਤੈਨੂੰ ਇਸ ਤਰ੍ਹਾਂ ਕੁਝ ਨਹੀਂ ਮਿਲਣਾ, ਤੂੰ ਈਰਖਾ ਦੇ ਵਿੱਚ ਹੀ ਸੜਦਾ ਰਹਿਣਾ।
ਮਾਤਾ ਨਾਨਕੀ ਜੀ ਨੇ ਸਤਿਗੁਰ ਮਹਾਰਾਜ ਜੀ ਦੇ ਮੱਥੇ ਤੋਂ ਖੂਨ ਪੂੰਝਿਆ ਜਿਹੜਾ ਵਗਦਾ ਪਿਆ ਸੀ। ਤੀਰਮਲ ਆਪਣੇ ਸਾਥੀਆਂ ਦੇ ਨਾਲ ਇਹ ਜੋ ਭੇਟਾ ਉੱਥੇ ਇਕੱਠੀ ਹੋਈ ਸੀ, ਇਹ ਸਾਰੀ ਭੇਟਾ ਜਿਹੜੀ ਸੀ ਇਹ ਚੁੱਕ ਕਰਕੇ ਆਪਣੇ ਡੇਰੇ ਤੇ ਲੈ ਗਿਆ। ਕਿਸੇ ਨੇ ਜਾ ਕਰਕੇ ਦੱਸਿਆ, ਮੱਖਣ ਸ਼ਾਹ ਤੂੰ ਇੱਥੇ ਬੈਠਾ ਹੈ, ਉੱਥੇ ਤੇਰੇ ਗੁਰੂ ਤੇ ਹਮਲਾ ਹੋ ਗਿਆ ਹੈ, ਉੱਥੇ ਤੇਰੇ ਗੁਰੂ ਦੇ ਉੱਤੇ ਗੋਲੀਆਂ ਚੱਲ ਗਈਆਂ ਨੇ, ਤੂੰ ਜਾ ਕੇ ਦੇਖ। ਇਹਨੂੰ ਪਤਾ ਲੱਗਿਆ ਕਿੰਨੇ ਗੋਲੀ ਚਲਾਈ। ਧੀਰਮਲ ਤੇ ਛੀਏ ਮਸੰਦ ਬਾਰੇ ਇਹ ਆਪਣੇ ਸਿਪਾਹੀ ਨਾਲ ਲੈ ਕੇ ਜਦੋਂ ਧੀਰਮਲ ਨੂੰ ਫੜਨ ਵਾਸਤੇ ਜਾਂਦਾ ਤੇ ਧੀਰਮਲ ਕੰਬ ਉੱਠਿਆ। ਇਹਨੇ ਛੀਏ ਮਸੰਦ ਦੀਆਂ ਮੱਖਣ ਸ਼ਾਹ ਲੁਬਾਣੇ ਨੇ ਮੁਸ਼ਕਾਂ ਬੰਨ ਲਈਆਂ, ਪਿੱਛੇ ਹੱਥ ਬੰਨ ਲਏ, ਜੋ ਸਮਾਨ ਲੁੱਟਿਆ ਸੀ ਉਹ ਵੀ ਇਕੱਠਾ ਕਰ ਲਿਆ। ਇਹ ਜਿਹੜੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੰਪਾਦਨ ਕੀਤੀ ਬੀੜ ਸੀ, ਉਹਨੂੰ ਵੀ ਸਤਿਕਾਰ ਸਹਿਤ ਚੁੱਕਿਆ ਤੇ ਧੀਰਮਲ ਨੂੰ ਕਿਹਾ, ਧੀਰਮਲ ਤੂੰ ਗੁਰੂ ਘਰ ਦੀ ਸੰਤਾਨ ਆ, ਬਸ ਤੈਨੂੰ ਸਜ਼ਾ ਇੰਨੀ ਕਿਹਾ ਕਿ ਜੋੜਾ ਉਤਾਰ ਕੇ ਤੇ ਸਾਡੇ ਅੱਗੇ ਲੱਗ ਕੇ ਤੁਰ ਪਏ। ਉਹਨੇ ਕਿਹਾ ਕਿ ਨਹੀਂ, ਇਸ ਤਰ੍ਹਾਂ ਨਾ ਕਰੋ, ਮੇਰੀ ਬੇਇੱਜ਼ਤੀ ਹੈ ਜੇ ਮੈਨੂੰ ਨੰਗੇ ਪੈਰੀ ਲੈ ਕੇ ਜਾਓਗੇ। ਉਹਨੇ ਕਿਹਾ ਨਹੀਂ, ਹੁਣ ਇੱਥੇ ਇਹੀ ਕੁਝ ਹੀ ਹੋਣਾ, ਸ਼ੁਕਰ ਕਰ ਅਸੀਂ ਤੇਰੀਆਂ ਮੁਸ਼ਕਾਂ ਨਹੀਂ ਬੰਨੀਆਂ। ਧੀਰਮਲ ਨੂੰ ਨੰਗੇ ਪੈਰੀ ਤੋਰ ਕਰਕੇ ਤੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਲੈ ਕੇ ਆਂਦਾ, ਛੀਹੇ ਮਸੰਦ ਨੂੰ ਕੋਲ ਲੈ ਕੇ ਆਂਦਾ ਤੇ ਸਤਿਗੁਰ ਮਹਾਰਾਜ ਨੇ ਕਿਹਾ, ਮੱਖਣ ਸ਼ਾਹ ਤੂੰ ਇਹਨਾਂ ਨੂੰ ਖਿਮਾ ਕਰ ਦੇ, ਇਹਨਾਂ ਨੂੰ ਛੱਡ ਦੇ। ਸਤਿਗੁਰ ਮਹਾਰਾਜ ਨੂੰ ਮੱਖਣ ਸ਼ਾਹ ਆਖਦਾ, ਮਹਾਰਾਜ ਨੀਤੀ ਆਖਦੀ ਹੈ ਕਿ ਜਿਹੜਾ ਹਮਲਾ ਕਰੇ, ਵਾਅਦਾ ਕਰੇ, ਉਹਨੂੰ ਉਹਦਾ ਜਵਾਬ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਤਿਗੁਰ ਮਹਾਰਾਜ ਕਹਿੰਦੇ ਨੇ ਨੀਤੀ ਇਹ ਆਖਦੀ ਹੈ, ਪਰ ਪਰਮਾਰਥ ਧਰਮ ਇਹ ਆਖਦਾ ਹੈ ਕਿ ਜਿਹੜਾ ਬੁਰਾ ਕਰ ਦਵੇ ਉਹਦਾ ਵੀ ਭਲਾ ਕਰ ਦੋ। ਸਤਿਗੁਰ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਬਚਨ ਅਸੀਂ ਪੜ੍ਹਦੇ ਹਾਂ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਸਤਿਗੁਰ ਮਹਾਰਾਜ ਕਹਿੰਦੇ ਨੇ ਖਿਮਾ ਜਿਹੜੀ ਹੈ ਇਹ ਸਭ ਤੋਂ ਵੱਡਾ ਧਨ ਹੈ। ਮਹਾਰਾਜ ਨੇ ਉੱਥੇ ਬਚਨ ਕਹੇ, ਕਰਨੀ ਸ਼ਿਮਾ ਮਹਾ ਤਪਜਾਨ, ਸ਼ਿਮਾ ਕਰਨ ਹੀ ਦਵੈਬੋ ਦਾਨ। ਮਹਾਰਾਜ ਕਹਿੰਦੇ ਨੇ ਸ਼ਿਮਾ ਵਰਗਾ, ਖਿਮਾ ਕਰਨ ਵਾਲਾ, ਮਾਫ ਕਰਨ ਵਾਲਾ ਕੋਈ ਇਸ ਤੋਂ ਵੱਡਾ ਕੋਈ ਜਪ ਤਪ ਨਹੀਂ, ਇਸ ਤੋਂ ਵੱਡਾ ਦਾਨ ਕੋਈ ਨਹੀਂ ਜਿਹੜਾ ਸ਼ਿਮਾ ਕਰ ਦਵੇ। ਸ਼ਿਮਾ ਸਕਲ ਤੀਰਥ ਇਸ਼ਨਾਨ, ਸ਼ਿਮਾ ਕਰਤ ਨਰਕੀ ਕਲਿਆਣ। ਜਿਹੜਾ ਸ਼ਿਮਾ ਕਰ ਦਿੰਦਾ ਹੈ, ਮੁਆਫ ਕਰ ਦਿੰਦਾ ਹੈ, ਮਹਾਰਾਜ ਕਹਿੰਦੇ ਨੇ ਉਹ ਸਭ ਤੋਂ ਵੱਡਾ ਤੀਰਥ ਇਸ਼ਨਾਨ ਹੈ। ਮਹਾਰਾਜ ਕਹਿੰਦੇ ਨੇ ਖਿਮਾ ਕਰਨ ਵਾਲੇ ਦਾ ਕਲਿਆਣ ਹੁੰਦਾ ਹੈ। ਸ਼ਿਮਾ ਸਮਾਨ ਆਨ ਗੁਣ ਨਾਹੀ, ਜਾਂ ਤੇ ਸ਼ਿਮਾ ਧਰੋ ਮਨ ਮਾਹੀ। ਖਿਮਾ ਕਰਨ ਤੋਂ, ਮੁਆਫ ਕਰਨ ਤੋਂ ਵੱਡਾ ਹੋਰ ਕੋਈ ਸਤਿਗੁਰ ਮਹਾਰਾਜ ਕਹਿੰਦੇ ਗੁਣ ਨਹੀਂ। ਸਭ ਤੋਂ ਵੱਡਾ ਗੁਣ ਇਹ ਹੈ। ਸਤਿਗੁਰ ਮਹਾਰਾਜ ਨੇ ਫਿਰ ਉੱਥੇ ਧੀਰਮਲ ਨੂੰ ਜਿਹੜਾ ਸੀ ਰਿਹਾ ਕਰਵਾ ਦਿੱਤਾ, ਛੀਏ ਮਸੰਦ ਦੀਆਂ ਮੁਸ਼ਕਾਂ ਖੁਲਾ ਦਿੱਤੀਆਂ ਤੇ ਸਤਿਗੁਰ ਮਹਾਰਾਜ ਨੇ ਕਿਹਾ ਸੀ, ਧੀਰਮਲ ਆ ਜੋ ਕੁਝ ਤੇਰੇ ਤੋਂ ਵਾਪਸ ਲੈ ਕੇ ਆਂਦਾ, ਇਹ ਸਾਰਾ ਕੁਝ ਤੂੰ ਵਾਪਸ ਲੈ ਜਾ। ਹੋ ਸਕਦਾ ਹੈ ਕਿ ਤੇਰੇ ਮਨ ਦੀ ਤ੍ਰਿਸ਼ਨਾ ਖਤਮ ਹੋ ਜਾਏ, ਪਰ ਸੱਚ ਕਰਕੇ ਜਾਣੀ ਧੀਰਮਲ ਇਹਦੇ ਨਾਲ ਤ੍ਰਿਸ਼ਨਾ ਨਹੀਂ ਮੁੱਕਦੀ। ਬਾਣੀ ਦੇ ਬਚਨ ਨੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋੜੇ ਲੱਖ ਕਰੋੜੇ, ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁੱਜੀ ਹੈ। ਸਤਿਗੁਰ ਮਹਾਰਾਜ ਪਾਤਸ਼ਾਹ ਨੇ ਫਿਰ ਉਹਨਾਂ ਨੂੰ ਖਿਮਾ ਕੀਤੀ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਉੱਥੇ ਪ੍ਰਗਟ ਹੁੰਦੇ ਨੇ। ਇਸ ਤੋਂ ਅੱਗੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਜਿਹੜੇ ਨੇ ਉਹਨਾਂ ਦਾ ਪ੍ਰਚਾਰਕ ਦੌਰਾ ਆਰੰਭ ਹੁੰਦਾ ਹੈ ਗੁਰੂ ਰੂਪ ਦੇ ਵਿੱਚ, ਕਿਉਂਕਿ ਪਹਿਲਾਂ ਸਿੱਖ ਰੂਪ ਦੇ ਵਿੱਚ ਹਨ, ਹੁਣ ਗੁਰੂ ਰੂਪ ਦੇ ਵਿੱਚ ਸਤਿਗੁਰ ਮਹਾਰਾਜ ਜੀ ਵਿਚਰਨਾ ਹੈ। ਔਰ ਕਿਵੇਂ ਸਤਿਗੁਰ ਮਹਾਰਾਜ ਸੰਗਤ ਦਾ ਉਦਾਰ ਕਰਦੇ ਨੇ, ਕਿੱਥੇ ਕਿੱਥੇ ਜਾ ਕਰਕੇ ਕਲਿਆਣ ਕੀਤਾ, ਅਗਲੇ ਦੀਵਾਨਾਂ ਦੇ ਵਿੱਚ ਆਪਾਂ ਸਮਰਨ ਕਰਾਂਗੇ। ਆਪਾਂ ਸਤਿਗੁਰ ਮਹਾਰਾਜ ਜੀ ਦੇ ਇਤਿਹਾਸ ਨੂੰ ਵਾਚਾਂਗੇ, ਦਰਸ਼ਨ ਕਰਾਂਗੇ। ਗੁਰੂ ਕਿਰਪਾ ਕਰੇ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰ ਮਹਾਰਾਜ ਬਖਸ਼ਿਸ਼ ਰਹਿਮਤ ਕਰਨ। ਇਤਿਹਾਸ ਸੁਣ ਕੇ ਸਾਡਾ ਜੀਵਨ ਬਦਲ ਜਾਏ ਤੇ ਜੀਵਨ ਦੇ ਵਿੱਚੋਂ ਸਾਨੂੰ ਲਾਹਾ ਪ੍ਰਾਪਤ ਹੋਵੇ। ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰਨੌ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰਨੌ ਨਿਤ